Good afternoon, students. Today I will teach you anatomy and physiology. Anatomy and physiology ਦੇ ਪੂਰੇ ਸਬਜੈਕਟਸ ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਨੂੰ ਇੱਕ ਵਾਰ ਇਸ ਦੀ ਬਰੀਫ ਇੰਟਰੋਡਕਸ਼ਨ ਜੋ ਹੈ ਇਸ ਦੇ ਸਿਲੇਬਸ ਦੇ ਬਾਰੇ ਤੁਹਾਨੂੰ ਦਿੱਤੀ ਜਾਵੇ। ਇਸ ਦੇ ਵਿੱਚ ਜੋ ਸਾਡਾ ਟੋਟਲ 100 ਮਾਰਕਸ ਦਾ ਇਹ ਕੁਐਸਚਨ ਪੇਪਰ ਆਏਗਾ ਤੁਹਾਨੂੰ, ਜਿਸ ਦੇ ਵਿੱਚੋਂ 80 ਮਾਰਕਸ ਜਿਹੜੇ ਨੇ ਉਹ ਤੁਹਾਡਾ ਥਿਊਰੀ ਐਗਜ਼ਾਮ ਹੋਏਗਾ ਔਰ 80 ਮਾਰਕਸ ਤੋਂ ਬਾਅਦ 20 ਮਾਰਕਸ ਜਿਹੜੀ ਹੈ ਉਹ ਇੰਟਰਨਲ ਅਸੈਸਮੈਂਟ ਹੋਏਗੀ। 80 ਮਾਰਕਸ ਦੀ ਜਿਹੜੀ ਅੱਗੋਂ ਬਾਈਫਰਕੇਸ਼ਨ ਜਿਹੜੀ ਹੈ ਉਸ ਦੇ ਵਿੱਚ ਤੁਹਾਨੂੰ 4 ਯੂਨਿਟਸ ਨੇ। ਉਸ ਦੇ ਵਿੱਚ ਤੁਹਾਡੇ ਸਿਲੇਬਸ ਦੇ ਵਿੱਚ ਹਰ ਇੱਕ ਯੂਨਿਟ ਦੇ ਵਿੱਚੋਂ 2-2 ਕੁਐਸਚਨਸ ਹੋਣਗੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਇੱਕ ਕੁਐਸਚਨ ਨੂੰ ਅਟੈਂਪਟ ਕਰਨਾ ਹੋਏਗਾ ਔਰ ਇੱਕ ਕੁਐਸਚਨ ਜੋ ਹੈ ਉਹਦੇ ਵਿੱਚ 10 ਸ਼ਾਰਟ ਆਨਸਰ ਟਾਈਪ ਕੁਐਸਚਨ ਹੋਣਗੇ, ਜੋ ਕਿ ਹਰ ਇੱਕ ਕੁਐਸਚਨ ਦਾ 2 ਮਾਰਕਸ ਹੋਣਗੇ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਅੱਜ ਤੋਂ ਜੋ ਤੁਹਾਡਾ ਸਬਜੈਕਟ ਹੈ ਐਨੈਟਮੀ ਐਂਡ ਫਿਜ਼ੀਓਲੋਜੀ। ਐਨੈਟਮੀ ਐਂਡ ਫਿਜ਼ੀਓਲੋਜੀ ਦੇ ਮੇਨ ਗੱਲ ਜੋ ਹੈ ਉਸ ਦੇ ਉੱਪਰ ਆਉਣ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਹਾਨੂੰ ਮੈਂ ਇਸ ਦੇ ਬਾਰੇ ਥੋੜ੍ਹੀ ਜਿਹੀ ਬਰੀਫ ਇੰਟਰੋਡਕਸ਼ਨ ਦਿੱਤੀ ਜਾਏ। ਐਨੈਟਮੀ ਐਂਡ ਫਿਜ਼ੀਓਲੋਜੀ ਦਾ ਅਗਰ ਪੰਜਾਬੀ 'ਚ ਦਾ ਮੀਨਿੰਗ ਦੇਖੀਏ ਤਾਂ ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਹੈ। ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ ਤੋਂ ਤੁਹਾਨੂੰ ਇਸ ਤੋਂ ਆਪਣੇ ਆਪ ਹੀ ਇਹਦੀ ਸਮਝ ਆ ਰਹੀ ਹੋਏਗੀ ਕਿ ਰਚਨਾ ਮਤਲਬ ਕਿ ਜੋ ਸਾਡਾ ਸਰੀਰ ਹੈ, ਇਹ ਮਨੁੱਖੀ ਸਰੀਰ ਜੋ ਹੈ ਇਹ ਕਿਸ ਤਰੀਕੇ ਦੇ ਨਾਲ ਬਣਿਆ ਹੈ, ਇਸ ਦੇ ਵਿੱਚ ਕਿਹੜੇ ਬਾਡੀ ਪਾਰਟਸ ਹਨ। ਇਸੇ ਤਰੀਕੇ ਦੇ ਨਾਲ ਫਿਜ਼ੀਓਲੋਜੀ ਜੋ ਹੈ ਉਸ ਦੇ ਵਿੱਚ ਕੀ ਆ ਜਾਂਦਾ ਹੈ ਕਿ ਇਹ ਜਿਹੜੇ ਵੱਖਰੇ ਅੰਗ ਮਿਲ ਕੇ ਪੂਰਾ ਇੱਕ ਸਰੀਰ ਬਣਿਆ ਹੈ, ਇਹ ਕਿਸ ਤਰੀਕੇ ਦੇ ਨਾਲ ਅੱਗੇ ਕੰਮ ਕਰਦਾ ਹੈ। ਇਸ ਦੇ ਜੋ ਵੱਖ ਬਾਡੀ ਪਾਰਟਸ ਨੇ ਉਹ ਸਾਰੇ ਕਿਸ ਤਰੀਕੇ ਦੇ ਨਾਲ ਫੰਕਸ਼ਨਿੰਗ ਕਰਦੇ ਹਨ, ਉਸ ਦੇ ਵਿੱਚ ਕੀ ਹੈ ਉਸ ਨੂੰ ਅਸੀਂ ਫਿਜ਼ੀਓਲੋਜੀ ਦੇ ਵਿੱਚ ਪੜ੍ਹਦੇ ਹਾਂ। ਇਸ ਦੇ ਨਾਲ ਪਹਿਲਾਂ ਕੀ ਹੈ ਕਿ ਜੈਸੇ ਸਾਡਾ ਮਨੁੱਖੀ ਸਰੀਰ ਜੋ ਹੈ ਇਸ ਦੀ ਤੁਲਨਾ ਇੱਕ ਮਸ਼ੀਨ ਦੇ ਨਾਲ ਕੀਤੀ ਜਾਂਦੀ ਹੈ, ਕਿਉਂਕਿ ਜਿਸ ਤਰੀਕੇ ਦੇ ਨਾਲ ਮਸ਼ੀਨ ਦੇ ਵਿੱਚ ਵੱਖ ਕਈ ਕਲ ਪੁਰਜੇ ਉਹਦੇ ਅਲੱਗ ਬਾਡੀ ਪਾਰਟਸ ਜਿਹੜੇ ਨੇ ਉਹ ਮਿਲ ਕੇ ਉਸ ਤੋਂ ਇੱਕ ਵੱਡਾ ਕੰਮ ਕਰਾਉਂਦੇ ਹਨ। ਸੇਮ ਉਸੇ ਤਰੀਕੇ ਦੇ ਨਾਲ ਹੀ ਜੋ ਇਹ ਮਨੁੱਖੀ ਸਰੀਰ ਹੈ ਇਸ ਦੇ ਵਿੱਚ ਵੀ ਅਲੱਗ ਜੋ ਬਾਡੀ ਦੇ ਵਿੱਚ ਸਿਸਟਮਸ ਹਨ, ਬਾਡੀ ਦੇ ਸਿਸਟਮਸ ਤੋਂ ਅੱਗੋਂ ਪਾਰਟਸ ਹਨ, ਜਿਹੜੇ ਆਰਗਨਸ ਨੇ ਜਿਹੜੇ ਉਹ ਸਾਰੇ ਮਿਲ ਕੇ ਇੱਕ ਪੂਰਾ ਕੰਮ ਕਰਦੇ ਨੇ, ਜਿਸ ਨਾਲ ਕਿ ਸਾਡੀ ਬਾਡੀ ਜਿਹੜੀ ਆ ਉਹ ਮੂਵਮੈਂਟਸ ਕਰਦੀ ਹੈ, ਬਾਡੀ ਦੇ ਵਿੱਚ ਵਰਕਿੰਗ ਹੁੰਦੀ ਹੈ, ਅਸੀਂ ਜੋ ਖਾਂਦੇ ਹਾਂ ਉਹ ਡਾਈਜੈਸਟ ਹੁੰਦਾ ਹੈ। ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਕੀ ਹੈ ਐਨੈਟਮੀ ਐਂਡ ਫਿਜ਼ੀਓਲੋਜੀ ਦੇ ਵਿੱਚ ਪੜ੍ਹਾਂਗੇ। ਹੁਣ ਇਸ ਤੋਂ ਪਹਿਲਾਂ ਥੋੜ੍ਹਾ ਜਿਹਾ ਆ ਜਾਂਦਾ ਹੈ ਕਿ ਐਨੈਟਮੀ ਐਂਡ ਫਿਜ਼ੀਓਲੋਜੀ ਜੋ ਹੈ ਇਸ ਨੂੰ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਿਉਂ ਪੜ੍ਹਾਇਆ ਜਾਂਦਾ ਹੈ। ਦੇਖੋ ਬੱਚਾ, ਐਨੈਟਮੀ ਐਂਡ ਫਿਜ਼ੀਓਲੋਜੀ ਕਿਉਂਕਿ ਅਸੀਂ ਕੀ ਹੈ ਸਾਰਾ ਸਾਡਾ ਜਿਹੜਾ ਕੰਮ ਹੈ ਉਹ ਸਾਡੇ ਸਰੀਰ ਦਾ ਕੰਮ ਹੈ। ਫਿਜ਼ੀਕਲ ਐਜੂਕੇਸ਼ਨ ਅਸੀਂ ਗਰਾਊਂਡਸ ਦੇ ਵਿੱਚ ਜਾਣਾ ਹੈ, ਅਸੀਂ ਉਹ ਸਾਰੇ ਕੰਮ ਕਰਨੇ ਹਨ। ਉਸ ਦੇ ਵਿੱਚ ਕੀ ਹੈ ਕਿ ਸਾਨੂੰ ਸਰੀਰ ਦੇ ਬਾਰੇ ਜਦੋਂ ਤੱਕ ਸਾਡੇ ਆਪਣੀ ਬਾਡੀ ਦੇ ਬਾਰੇ ਨੌਲੇਜ ਨਹੀਂ ਹੋਏਗੀ ਤੇ ਅਸੀਂ ਇਸ ਤੋਂ ਉਹਨਾਂ ਤਰੀਕਿਆਂ ਦੇ ਨਾਲ ਪ੍ਰੋਪਰ ਵੇ ਦੇ ਵਿੱਚ ਕੰਮ ਨਹੀਂ ਲੈ ਸਕਾਂਗੇ। ਜਿਸ ਤਰੀਕੇ ਦੇ ਨਾਲ ਦੇਖੋ ਐਨੈਟਮੀ ਕੀ ਹੈ, ਮੈਂ ਹੁਣ ਥੋੜ੍ਹਾ ਜਿਹਾ ਤੁਹਾਨੂੰ ਵੀ ਬਰੀਫ ਕਰਦਾ ਕਿ ਐਨੈਟਮੀ ਔਰ ਫਿਜ਼ੀਓਲੋਜੀ ਇਹਨਾਂ ਦੋਨਾਂ ਦਾ ਮੈਂ ਥੋੜ੍ਹਾ ਜਿਹਾ ਡੈਫੀਨੇਸ਼ਨ ਵੀ ਦੱਸਾਂਗਾ ਤੁਹਾਨੂੰ, ਇਸ ਦੇ ਬਾਰੇ ਥੋੜ੍ਹੀ ਜਿਹੀ ਇੰਟਰੋਡਕਸ਼ਨ ਵੀ ਦੇਣਾ ਔਰ ਕਿਸ ਤਰੀਕੇ ਦੇ ਨਾਲ ਐਨੈਟਮੀ ਵਰਡ ਜੋ ਆਇਆ ਸਾਹਮਣੇ ਉਸ ਦੇ ਬਾਰੇ ਤੁਹਾਨੂੰ ਦੱਸਦਾ। ਜਿਵੇਂ ਐਨੈਟਮੀ ਜੋ ਵਰਡ ਹੈ ਇਹ ਐਨਾਟਮ ਵਰਡ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਹੈ ਡਾਇਸੈਕਟ ਕਰਨਾ। ਡਾਇਸੈਕਟ ਕਰਨਾ ਮਤਲਬ ਚੀਰ ਫਾੜ ਕਰਨਾ, ਡਾਇਸੈਕਟ ਕਰਨਾ, ਚੀਰ ਫਾੜ ਕਰਨਾ ਮਤਲਬ ਕਿ ਸਾਡਾ ਜੋ ਸਰੀਰ ਹੈ ਇਸ ਨੂੰ ਅਸੀਂ ਸਿੰਪਲ ਸਿੱਧਾ ਉੱਪਰੋਂ ਅਗਰ ਦੇਖਦੇ ਹਾਂ ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਸਾਡੀਆਂ ਆਈਜ਼ ਨੇ, ਇਹ ਸਾਡਾ ਨੋਜ਼ ਹੈ, ਇਹ ਸਾਡੇ ਈਅਰਸ ਨੇ, ਆਹ ਸਾਡੇ ਹੈਂਡਸ ਨੇ, ਠੀਕ ਹੈ, ਇਹ ਲੈਗਸ ਨੇ, ਆਹ ਟਰੰਕ ਹੈ, ਠੀਕ ਹੈ। ਬਟ ਜਦੋਂ ਅਸੀਂ ਇਸ ਦੇ ਬਾਰੇ ਗਿਆਨ ਪ੍ਰਾਪਤ ਕਰਨਾ ਹੈ, ਇਸ ਦੇ ਬਾਰੇ ਡੂੰਘਾਈ ਦੇ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਹੈ, ਤਾਂ ਸਾਨੂੰ ਇਸ ਦਾ ਚੀਰ ਫਾੜ ਕਰਨਾ ਪੈਂਦਾ ਹੈ। ਇਸ ਨੂੰ ਡਾਇਸੈਕਟ ਕਰਕੇ ਅੰਦਰੋਂ ਸਾਨੂੰ ਬਾਡੀ ਪਾਰਟਸ ਨੂੰ ਦੇਖਣਾ ਪੈਂਦਾ ਹੈ ਕਿ ਕਿਹੜੀ ਜਗ੍ਹਾ 'ਤੇ ਕਿਹੜਾ ਸਾਡੀ ਬਾਡੀ ਦੇ ਵਿੱਚ ਸਿਸਟਮ ਹੈ, ਕਿਹੜੀ ਜਗ੍ਹਾ 'ਤੇ ਕਿਹੜੀ ਬੋਨ ਹੈ, ਕਿਸ ਜਗ੍ਹਾ 'ਤੇ ਕਿਹੜਾ ਜੁਆਇੰਟ ਹੈ, ਉਹ ਆਪਸ ਦੇ ਜੁਆਇੰਟ ਕਿਸ ਟਾਈਪ ਦਾ ਜੁਆਇੰਟ ਬਣ ਰਿਹਾ, ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਜੁੜਿਆ ਹੋਇਆ ਹੈ, ਉਹਨਾਂ ਸਾਰਿਆਂ ਦੇ ਬਾਰੇ ਸਾਨੂੰ ਕਿਹਾ ਹੈ
एनैटमी नूं उहनूं डायसैक्ट करके फिर सानूं उस बारे पता लगता है। एनैटमी की अगर आप इसकी डेफिनेशन की गल करिए तो वह कहता एनैटमी इज़ अ साइंस विच डील्स विद द स्ट्रक्चर ऑफ द बॉडी। मीनस कि जिहड़ा एनैटमी ये की करती है, ये साडे शरीर की रचना दे नाल संबंधित है कि साडी बॉडी दे विच जिहड़ा वक्रे वक्रे अंग ने, पार्ट्स ने, इसकी रचना किस तरीके दे नाल हुई है, इसका स्ट्रक्चर किस तरीके का है। अगर मैं इस एग्जाम्पल की गल करदा, सुपोज असी गल करते हैं कि हार्ट है जिहड़ा साडा, ठीक है, हार्ट जिहड़ा साडा उहदे विच की है कि इहदी शेप किस तरीके की है, इस दे विच की है किन्ने इहदे पार्ट्स ने, किन्ने चैंबर्स दे विच इहनूं डिवाइड किया गया, जिवें उहदे 4 चैंबर्स ने, ठीक है, उपर और थल्ले वालिआं नूं की कहिंदे ने, ये चारों चैंबर्स जिहड़े ने उपर वाले और थल्ले वाले, उपरले ऑरिकल और वेंट्रिकल, ये आपस दे विच किस तरीके दे नाल जुड़े हुए ने, किहड़ियां किहड़ियां वेन्स ने, किहड़ियां किहड़ियां ब्लड वैसल्स ने जिहड़ियां कि किहड़े इहदे पार्ट्स दे विचों निकलदियां ने, इस सारी उहदे स्ट्रक्चर दे बारे जानकारी जो है वो सानूं कित्थों मिलदी है, एनैटमी दे राहीं मिलदी है। सो एनैटमी की अगर डेफिनेशन की गल करते हैं पूरी दी, तो वह की कहता है कि एनैटमी इज़ अ साइंस विच डील्स विद द स्ट्रक्चर ऑफ द बॉडी एंड इट्स वेरियस कॉन्स्टिट्यूएंट पार्ट्स ऑफ द बॉडी एंड इट्स रिलेशनशिप विद ईच अदर, कि किस तरीके दे नाल साडा शरीर बनिया है, इहदे किहड़े किहड़े अंग हन, किहड़े किहड़े बॉडी पार्ट्स हन, किहड़े किहड़े ऑर्गन हन और उन्हां दा आपस दे विच की रिलेशन है, की संबंध है, एक दूसरे दे नाल किस तरीके दे नाल जुड़े हुए हैं, इस नूं एनैटमी कहा जाता है। अगर इस पंजाबी च आपां नॉर्मल गल करिए तो उहदे विच की है कि एनैटमी जो है ये शरीरिक रचना विज्ञान वो विज्ञान है जिस दे राहीं असी साडे शरीर दे वक्को वक् अंगां अते इस दे भागां दा एक दूजे दे नाल की संबंध है अते उस दी रचना किस तरीके दी है उसका ज्ञान करवाया जाता है। हुण एनैटमी जो है इसकी अगर अगे असी इनू बाइफिकेट करते हैं, इसकी क्लासीफिकेशन करते हैं कि इसनू किस तरीके दे नाल असी अगे वंड के पढ़ते हैं, तो इस दे विच मेन इहदे 4 पार्ट्स दे विच इनू डिवाइड करते हैं। पहला की है जे असी उस देखते हैं तो उन्होंने कह देंगे है मैक्रो एनैटमी, मैक्रो एनैटमी। मैक्रो एनैटमी दे विच की है कि जदों असी कोई भी शरीर के बारे ज्ञान जो है वो किस चीज़ के नाल प्राप्त करते हैं, सिंपल साड़ियाँ नेक्ड आइज़ के नाल जो सामने देख रहे हैं, जो सानू दिखाई दे रहा है कि आ साडा हत्थ है, ये आ फिंगरस ने साड़ियाँ, आ साडी पाम है, ये जो ज्ञान असी नेक्ड आइज़ के नाल नंगियां अखां दे राहीं जो प्राप्त करते हैं शरीर के बारे उसनू मैक्रो एनैटमी दे विच लिया जाता है। सैकेंड आ जाता इहदे विच माइक्रो एनैटमी। हुण माइक्रो एनैटमी जिहड़ी है, माइक्रो एनैटमी, माइक्रो एनैटमी जो है उस दे विच की है कि जदों असी बॉडी पार्ट्स जिहड़े ने उन्हां दा जो उस दे बारे नॉलेज जो है थोड़ी जी इस तो होर डीप हो जाती है, उस दे बारे नॉलेज जिहड़ी है असी कादे राहीं प्राप्त कर रहे हैं, माइक्रोस्कोप के राहीं उसनू डायसैक्ट करके उस दे विच माइक्रोस्कोप की हैल्प के नाल सहायता के नाल देखते हैं कि किहड़ी जगह ते किहड़ा बॉडी पार्ट्स है, किस तरीके दे नाल है, उस दे विच किहड़ियां-किहड़ियां उहदियां अलग-अलग तरीके नाल जो पार्ट्स जुड़ के रचना पूरी एक कंप्लीट हो रही है। ठीक है जी। तीसरा आ जाता इहदे विच फिर हिस्टोलॉजी। हिस्टोलॉजी जो है उस दे विच की है कि असी कंपाउंड माइक्रोस्कोप उस तो भी ज़्यादा जो बरीकी दे नाल बॉडी के बारे अध्ययन असी प्राप्त करना होंदा है तो वो आ जाता है हिस्टोलॉजी। इस दे विच कंपाउंड माइक्रोस्कोप की असी प्रयोग करते हैं। और लास्ट जिहड़ा इहदे विच आ जाता है साइटोलॉजी। साइटोलॉजी कि जिस राहीं असी साडी बॉडी की सब तो द समॉलेस्ट यूनिट ऑफ द बॉडी जो है उन्होंने की कहा जाता है सैल।
ਸੈੱਲ ਦੀ ਜਾਣਕਾਰੀ ਜੋ ਹੈ ਉਹ ਅਸੀਂ ਕਿਸ ਤਰ੍ਹਾਂ ਹੀ ਪ੍ਰਾਪਤ ਕਰਦੇ ਹਾਂ, ਸਾਈਟੋਲੋਜੀ ਦੇ ਵਿੱਚ ਅਸੀਂ ਉਸ ਦਾ ਅਧਿਐਨ ਕਰਦੇ ਹਾਂ ਤੇ ਸਾਡੇ ਸਰੀਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਬਾਡੀ ਪੂਰੀ ਬਣੀ ਹੈ ਉਹਨਾਂ ਚੀਜ਼ਾਂ ਦਾ ਸਾਰਿਆਂ ਦਾ ਗਿਆਨ ਅਸੀਂ ਪ੍ਰਾਪਤ ਕਰਦੇ ਹਾਂ। ਸੋ ਇਸ ਦੇ ਵਿੱਚ ਕੀ ਹੈ, ਤੁਹਾਨੂੰ ਮੈਂ ਦੱਸਿਆ ਕਿ ਐਨੈਟਮੀ ਕੀ ਸੀ। ਸਭ ਤੋਂ ਪਹਿਲਾਂ ਐਨੈਟਮੀ ਵਰਡ ਜਿਹੜਾ ਉਹ ਐਨਾਟੋਮ ਵਰਡ ਤੋਂ ਲਿਆ ਗਿਆ, ਜਿਸ ਦਾ ਅਰਥ ਹੈ ਡਾਇਸੈਕਟ ਕਰਨਾ, ਚੀਰ ਫਾੜ ਕਰਨਾ, ਚੀਰ ਫਾੜ ਕਰਕੇ ਇਸ ਦੇ ਬਾਰੇ ਇਹਦੀ ਜਾਣਕਾਰੀ ਪ੍ਰਾਪਤ ਕਰਨਾ। ਸੈਕਿੰਡ, ਉਸ ਤੋਂ ਬਾਅਦ ਮੈਂ ਫਿਰ ਤੁਹਾਨੂੰ ਕੀ ਦੱਸਿਆ ਸੀ ਕਿ ਐਨੈਟਮੀ ਇਜ਼ ਅ ਸਾਇੰਸ ਵਿਚ ਡੀਲਸ ਵਿਦ ਦਾ ਸਟਰਕਚਰ ਐਂਡ ਰਿਲੇਸ਼ਨਸ਼ਿਪ ਆਫ ਇਟਸ ਵੇਰੀਅਸ ਕੰਸਟੀਟਿਊਐਂਟ ਪਾਰਟਸ ਆਫ ਦਾ ਬਾਡੀ। ਉਸ ਦੱਸਿਆ ਸੀ ਕਿ ਸਰੀਰਕ ਰਚਨਾ ਵਿਗਿਆਨ ਉਹ ਵਿਗਿਆਨ ਹੈ ਜਿਸ ਰਾਹੀਂ ਸਾਨੂੰ ਸਾਡੇ ਸਰੀਰ ਦੇ ਵੱਖੋ ਵੱਖ ਅੰਗਾਂ ਭਾਗਾਂ ਦੀ ਜਾਣਕਾਰੀ ਪ੍ਰਾਪਤ, ਉਹਨਾਂ ਦੀ ਰਚਨਾਵਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਸ ਨੂੰ ਐਨੈਟਮੀ ਸਰੀਰਕ ਰਚਨਾ ਵਿਗਿਆਨ ਕਿਹਾ ਜਾਂਦਾ ਹੈ। ਇਸ ਨੂੰ ਮੈਂ ਤੁਹਾਨੂੰ ਦੱਸਿਆ ਕਿ 4 ਤਰੀਕੇ ਦੇ ਨਾਲ ਅਸੀਂ ਅੱਗੇ 4 ਭਾਗਾਂ ਦੇ ਵਿੱਚ ਵੰਡ ਕੇ ਉਸ ਦੀ ਵੱਖੋ ਵੱਖ ਤਰੀਕੇ ਦੇ ਨਾਲ ਸਟੱਡੀ ਕਰਦੇ ਹਾਂ। ਪਹਿਲਾ ਸੀ ਮਾਈਕਰੋ ਐਨੈਟਮੀ, ਸੈਕਿੰਡ ਮਾਈਕਰੋ ਐਨੈਟਮੀ, ਦੈਨ ਹਿਸਟੋਲੋਜੀ ਔਰ ਲਾਸਟ ਹੈ 'ਚ ਸਾਈਟੋਲੋਜੀ। ਹੁਣ ਬੱਚੇ ਇਸੇ ਤਰੀਕੇ ਦੇ ਨਾਲ ਨੈਕਸਟ ਜੋ ਹੈ ਇਹਦੇ ਵਿੱਚ ਆ ਗਿਆ ਤੁਹਾਡਾ ਫਿਜ਼ੀਓਲੋਜੀ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਐਨੈਟਮੀ ਨੂੰ ਕਹਿੰਦੇ ਸੀ ਸਰੀਰਕ ਰਚਨਾ ਵਿਗਿਆਨ, ਔਰ ਜੋ ਫਿਜ਼ੀਓਲੋਜੀ ਹੈ, ਫਿਜ਼ੀਓਲੋਜੀ ਨੂੰ ਕੀ ਕਹਿੰਦੇ ਆ ਅਸੀਂ, ਸਰੀਰਕ ਕਿਰਿਆ ਵਿਗਿਆਨ। ਮੀਨਸ ਸਰੀਰਕ ਕਿਰਿਆ ਵਿਗਿਆਨ ਤੋਂ ਭਾਵ ਕੀ ਹੈ ਕਿ ਸਾਡੇ ਜੋ ਇੱਕ ਸਟਰਕਚਰ ਪੂਰਾ ਤਿਆਰ ਹੋ ਗਿਆ, ਹੁਣ ਉਸ ਤੋਂ ਬਾਅਦ ਇਹ ਜਿਹੜਾ ਬਾਡੀ ਸਟਰਕਚਰ ਜੋ ਹੈ ਇਹ ਅੱਗੇ ਕਿਸ ਤਰੀਕੇ ਦੇ ਨਾਲ ਵਰਕਿੰਗ ਕਰਦਾ ਹੈ, ਇਹਦੇ ਵੱਖਰੇ ਵੱਖਰੇ ਸਿਸਟਮ ਜਿਹੜੇ ਨੇ, ਬਾਡੀ ਪਾਰਟਸ ਜਿਹੜੇ ਨੇ, ਇਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹਨ। ਫਿਜ਼ੀਓਲੋਜੀ ਫਿਜ਼ੀਓਲੋਜੀ ਜਿਹੜਾ ਵਰਡ ਹੈ ਇਹ ਗ੍ਰੀਕ ਰੂਟ ਦੇ ਨਾਲ ਲੈਟਿਨ ਵਰਡ ਜਿਹੜਾ ਹੈ ਉਹ ਹੈ, ਇਸ ਨੂੰ ਫਿਜ਼ੀਓਲੋਜੀਆ ਤੋਂ ਲਿਆ ਗਿਆ ਹੈ। ਫਿਜ਼ੀਓਲੋਜੀਆ, ਫਿਜ਼ੀਓਲੋਜੀਆ, ਜਿਸ ਦਾ ਜੇ ਅਸੀਂ ਅਰਥ ਦੇਖੀਏ ਤੇ ਉਸ ਦਾ ਅਰਥ ਕੀ ਹੈ, ਨੈਚੁਰਲ ਨੌਲੇਜ। ਮੀਨਸ ਫਿਜ਼ੀਓਲੋਜੀਆ ਦਾ ਮਤਲਬ ਕੀ ਕਹਿੰਦਾ ਪਿਆ ਇਹ ਕਿ ਨੈਚੁਰਲ ਨੌਲੇਜ। ਨੈਚੁਰਲ ਨੌਲੇਜ ਕਿਸ ਚੀਜ਼ ਦੇ ਬਾਰੇ, ਸਾਡੇ ਸਰੀਰ ਜੋ ਬਾਡੀ ਦੇ ਆਰਗਨਸ ਨੇ, ਵੇਰੀਅਸ ਪਾਰਟਸ ਨੇ, ਉਹ ਕਿਸ ਤਰੀਕੇ ਨਾਲ ਆਟੋਮੈਟਿਕ ਨੈਚੁਰਲੀ ਕਿਸ ਤਰੀਕੇ ਨਾਲ ਕੰਮ ਕਰਦੇ ਹਨ, ਉਸ ਨੂੰ ਅਸੀਂ ਫਿਜ਼ੀਓਲੋਜੀ ਦੇ ਵਿੱਚ ਪੜ੍ਹਦੇ ਹਾਂ। ਠੀਕ ਹੈ, ਹੁਣ ਫਿਜ਼ੀਓਲੋਜੀ ਦੇ ਵਿੱਚ ਕੀ ਆ ਗਿਆ ਕਿ ਫਿਜ਼ੀਓਲੋਜੀ ਇਜ਼ ਅ ਸਾਇੰਸ ਵਿਚ ਡੀਲਸ ਵਿਦ ਦਾ functioning of the various body systems, body parts, ਕਿ ਸਾਡੇ ਇਹ ਉਹ ਵਿਗਿਆਨ ਹੈ ਜਿਸ ਦੇ ਰਾਹੀਂ ਅਸੀਂ ਕੀ ਕਰਦੇ ਹਾਂ, ਸਾਡੇ ਸਰੀਰ ਦੇ ਜਿਹੜੇ ਵੱਖਰੇ ਵੱਖਰੇ ਬਾਡੀ ਪਾਰਟਸ ਨੇ, ਅੰਗ ਨੇ, ਸਿਸਟਮਸ ਨੇ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹਨ, ਉਸ ਨੂੰ ਫਿਜ਼ੀਓਲੋਜੀ ਕਿਹਾ ਜਾਂਦਾ ਹੈ। ਹੁਣ ਇਹਦੇ ਵਿੱਚ ਕੀ ਹੈ, ਇਸ ਨੂੰ ਵੀ ਅੱਗੇ 3 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਇਹਨੂੰ ਇਸ ਦੇ ਬਾਰੇ ਅਸੀਂ ਸਰੀਰ ਦੇ ਬਾਰੇ, ਇਹਦੀ ਫੰਕਸ਼ਨਿੰਗ ਦੇ ਬਾਰੇ ਅਸੀਂ ਕੀ ਕਰਦੇ ਹਾਂ, ਸਟੱਡੀ ਕਰਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਕੀ ਇਹਦੇ 'ਚ ਮੈਮੇਲੀਅਨ ਫਿਜ਼ੀਓਲੋਜੀ, ਮੈਮੇਲੀਅਨ ਫਿਜ਼ੀਓਲੋਜੀ। ਮੈਮੇਲੀਅਨ ਫਿਜ਼ੀਓਲੋਜੀ ਕੀ ਕਹਿੰਦੀ ਹੈ, ਇਸ ਦੇ ਵਿੱਚ ਕੀ ਕਰਦੇ ਹਾਂ, ਇਸ ਦੇ ਰਾਹੀਂ ਅਸੀਂ ਸਾਡੇ ਸਰੀਰ ਦੇ ਅਲੱਗ-ਅਲੱਗ ਜਿਹੜੇ ਟਿਸ਼ੂਜ਼ ਹਨ, ਜਿਹੜੇ ਸਾਡੇ ਬਾਡੀ ਦੇ ਆਰਗਨਸ ਹਨ, ਉਹਨਾਂ ਦਾ ਗਤੀ ਦੇ ਦੌਰਾਨ ਆਪਸ ਦੇ ਵਿੱਚ ਕੀ ਸੰਬੰਧ ਹੈ। ਜਿਹੜੇ ਬਾਡੀ ਦੇ ਟਿਸ਼ੂਜ਼ ਨੇ, ਜਿਹੜੇ ਆਰਗਨਸ ਨੇ, ਜਦੋਂ ਅਸੀਂ ਕੋਈ ਮੂਵਮੈਂਟਸ ਕਰ ਰਹੇ ਹਾਂ ਤੇ ਮੂਵਮੈਂਟਸ ਕਰਦੇ ਸਮੇਂ ਉਹਨਾਂ ਦਾ ਇੱਕ ਦੂਜੇ ਦੇ ਨਾਲ ਕਿਸ ਤਰੀਕੇ ਦਾ ਰਿਲੇਸ਼ਨ ਹੈ, ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਤੇ ਇੱਕ ਦੂਸਰੇ ਦੇ ਉੱਪਰ ਉਸ ਦਾ ਕੀ ਪ੍ਰਭਾਵ ਪੈਂਦਾ ਹੈ, ਉਸ ਦੇ ਬਾਰੇ ਜਾਣਕਾਰੀ ਜੋ ਹੈ ਸਾਨੂੰ ਮੈਮੇਲੀਅਨ ਫਿਜ਼ੀਓਲੋਜੀ ਤੋਂ ਪ੍ਰਾਪਤ ਹੁੰਦੀ ਹੈ। ਫੋਰ ਐਗਜ਼ਾਮਪਲ, ਜੇ ਅਸੀਂ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਹਾਂ, ਜਦੋਂ ਅਸੀਂ ਰਨਿੰਗ ਕਰ ਰਹੇ ਹਾਂ ਤੇ ਰਨਿੰਗ ਕਰਦੇ ਦੌਰਾਨ ਸਾਡਾ ਰੈਸਪੀਰੇਟਰੀ ਸਿਸਟਮ ਜਿਹੜਾ ਉਹ ਬਹੁਤ ਜ਼ਿਆਦਾ ਤੇਜ਼ ਕੰਮ ਕਰਨ ਲੱਗਦਾ ਹੈ, ਔਰ ਉਸ ਦੇ ਨਾਲ ਨਾਲ ਕੀ ਹੁੰਦਾ ਹੈ ਕਿ ਸਾਡਾ ਸਰਕੂਲੇਟਰੀ ਸਿਸਟਮ ਜਿਹੜਾ ਉਹ ਵੀ ਫਾਸਟ ਹੋ ਜਾਂਦਾ ਹੈ। ਸਾਡੀ ਜੋ ਹਾਰਟ ਰੇਟ ਹੈ ਉਹ ਵੀ ਉਸ ਦੇ ਨਾਲ ਹੀ, ਬਰੀਦਿੰਗ ਦੇ ਨਾਲ ਨਾਲ ਸਾਡੀ ਹਾਰਟ ਰੇਟ ਜਿਹੜੀ ਹੈ ਉਹ ਵੀ ਇਨਕਰੀਜ਼ ਹੋ ਜਾਂਦੀ ਹੈ। ਇਸ ਨੂੰ ਅਸੀਂ ਕੀ ਕਰਦੇ ਹਾਂ, ਮੈਮੇਲੀਅਨ ਫਿਜ਼ੀਓਲੋਜੀ ਦੇ ਵਿੱਚ ਪੜ੍ਹਦੇ ਹਾਂ। ਇੱਕ ਵਾਰ ਦੁਬਾਰਾ ਸੁਣੋ ਕਿ ਜਦੋਂ ਅਸੀਂ ਐਕਸਰਸਾਈਜ਼ ਕਰਦੇ ਹਾਂ ਕੋਈ ਵੀ, ਉਸ ਦੌਰਾਨ ਇੱਕ ਜੋ ਸਾਡੇ ਟਿਸ਼ੂਜ਼ ਨੇ, ਜਿਹੜੇ ਆਰਗਨਸ ਨੇ, ਉਹਨਾਂ ਦਾ ਇੱਕ ਦੂਸਰੇ ਦੇ ਉੱਪਰ
ਕੀ ਨੋਰਮਲ ਕੀ ਇਫੈਕਟ ਪੈਂਦਾ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਫॉर एग्जांपल ਕਿ ਰਨਿੰਗ ਕਰਦੇ ਦੌਰਾਨ ਸਾਡੀ ਬੋਡੀ ਦੇ ਉੱਪਰ ਕੀ ਹੈ, ਉਹਦੇ ਜੋ ਸਰਕੂਲੇਟਰੀ ਸਿਸਟਮ ਹੈ ਉਹ ਤੇ ਇਨਕਰੀਜ਼, ਉਹ ਤੇ ਤੇਜ਼ ਹੁੰਦਾ ਹੀ ਹੈ, ਉਸ ਦੇ ਨਾਲ ਨਾਲ ਸਾਡੀ ਕੀ ਹੈ ਜਿਹੜੇ ਸਰਕੂਲੇਟਰੀ ਸਿਸਟਮ ਹੈ ਉਹ ਵੀ ਫਾਸਟ ਕੰਮ ਕਰਨ ਲੱਗ ਪੈਂਦਾ ਹੈ। ਦੈਨ ਸੈਕਿੰਡ ਆ ਜਾਂਦਾ ਇਹਦੇ ਵਿੱਚ ਕਲੀਨਿਕਲ ਫਿਜ਼ੀਓਲੋਜੀ। ਕਲੀਨਿਕਲ ਫਿਜ਼ੀਓਲੋਜੀ ਕੀ ਕਹਿੰਦੀ ਹੈ ਕਿ ਜਦੋਂ ਅਸੀਂ ਕੋਈ ਇੱਕ ਸਾਡੀ ਬੋਡੀ ਦੇ ਵਿੱਚ ਕਿਸੇ ਇੱਕ ਸਿਸਟਮ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਹੈ, ਕੋਈ ਉਹਦੇ 'ਚ ਇਲਨੈਸ ਆ ਜਾਂਦੀ ਹੈ, ਕੋਈ ਬਿਮਾਰੀ ਆ ਜਾਂਦੀ ਹੈ, ਤੇ ਉਹਦੇ ਨਾਲ ਕੀ ਹੁੰਦਾ, ਉਸ ਦਾ ਦੂਸਰੇ ਜਿਹੜੇ ਨੋਰਮਲ ਸਿਸਟਮਸ ਨੇ ਜਿਹੜੇ ਠੀਕ ਹੁੰਦੇ ਨੇ ਉਹਨਾਂ ਦੇ ਉੱਪਰ ਕੀ ਇਫੈਕਟ ਪੈਂਦਾ ਹੈ, ਇਸ ਦਾ ਜੋ ਜਾਣਕਾਰੀ ਹੈ ਉਹ ਅਸੀਂ ਕਲੀਨਿਕਲ ਫਿਜ਼ੀਓਲੋਜੀ ਦੇ ਰਾਹੀਂ ਪ੍ਰਾਪਤ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਤੇ, ਉਦਾਹਰਨ ਦੇ ਤੌਰ ਤੇ, ਜਿਵੇਂ ਮੰਨ ਲਓ ਇੱਕ ਬੰਦੇ ਦਾ ਕਿਸੇ ਦਾ ਇੱਕ ਹਾਰਟ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਉਸ ਦੇ ਉੱਪਰ, ਤੇ ਉਹ ਹਾਰਟ ਦੇ ਨਾਲ ਨਾਲ ਉਸ ਤੋਂ ਬਾਅਦ ਕੀ ਹੈ ਉਸ ਦੀਆਂ ਕਿਡਨੀਜ਼ ਦੇ ਉੱਪਰ ਵੀ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ, ਉਸ ਦੇ ਲੰਗਸ ਦੇ ਉੱਪਰ ਵੀ ਇਫੈਕਟ ਪੈਣਾ ਸ਼ੁਰੂ ਹੋ ਜਾਂਦਾ, ਤੇ ਇਸ ਚੀਜ਼ ਨੂੰ, ਇਸ ਦਾ ਅਧਿਐਨ ਅਸੀਂ ਕਲੀਨਿਕਲ ਫਿਜ਼ੀਓਲੋਜੀ ਦੇ ਰਾਹੀਂ ਪ੍ਰਾਪਤ ਕਰਦੇ ਹਾਂ। ਥਰਡ ਤੇ ਲਾਸਟ ਜਿਹੜਾ ਇਸ ਦੇ ਵਿੱਚ ਹੈਗਾ ਅਪਲਾਈਡ ਫਿਜ਼ੀਓਲੋਜੀ। ਅਪਲਾਈਡ ਫਿਜ਼ੀਓਲੋਜੀ ਕੀ ਕਹਿੰਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਤਰੀਕੇ ਦੀ ਕੋਈ ਐਕਸਰਸਾਈਜ਼ ਕਰ ਰਹੇ ਹਾਂ, ਉਹਨਾਂ ਐਕਸਰਸਾਈਜ਼ ਦੇ ਦੌਰਾਨ ਚਾਹੇ ਉਸ ਟਾਈਮ ਜੋ ਬੈਰੋਮੈਟ੍ਰਿਕ ਟੈਂਪਰੇਚਰ ਹੈ, ਜੋ ਬੈਰੋਮੈਟ੍ਰਿਕ ਪ੍ਰੈਸ਼ਰ ਹੈ, ਜਿਹੜਾ ਟੈਂਪਰੇਚਰ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਦੋਂ ਬਹੁਤ ਜ਼ਿਆਦਾ ਹੋਵੇ, ਮੀਨਸ ਜਾਂ ਤਾਂ ਬਹੁਤ ਜ਼ਿਆਦਾ ਗਰਮੀ ਵਾਲੀ ਜਗ੍ਹਾ 'ਤੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ, ਬਹੁਤ ਜ਼ਿਆਦਾ ਠੰਡੀ ਜਗ੍ਹਾ 'ਤੇ ਪ੍ਰੈਕਟਿਸ ਕਰ ਰਹੇ ਹਾਂ, ਜਾਂ ਅਸੀਂ ਕੋਈ ਯੋਗਾਸਨਸ ਕਰ ਰਹੇ ਹਾਂ, ਠੀਕ ਹੈ, ਜਾਂ ਇਸ ਐਵੇਂ ਦੀ ਜਗ੍ਹਾ 'ਤੇ ਪ੍ਰੈਕਟਿਸ ਕਰ ਰਹੇ ਹਾਂ ਜਿੱਥੇ ਆਕਸੀਜਨ ਦੀ ਕਮੀ ਹੋਵੇ, ਠੀਕ ਹੈ, ਉਹਨਾਂ ਅਵਸਥਾਵਾਂ ਦੇ ਵਿੱਚ ਬੋਡੀ ਦੀ ਫੰਕਸ਼ਨਿੰਗ ਨੂੰ ਜਿਸ ਸਿਸਟਮ ਦੇ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ ਔਰ ਉਸ ਨੂੰ ਕਿਸ ਲੈਵਲ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ, ਇਸ ਦੇ ਬਾਰੇ ਜਾਣਕਾਰੀ ਜੋ ਹੈ ਉਹ ਅਪਲਾਈਡ ਫਿਜ਼ੀਓਲੋਜੀ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਹੁਣ ਦੇਖੋ ਬੇਟਾ, ਮੈਂ ਇੱਕ ਵਾਰ ਦੁਬਾਰਾ ਦੱਸ ਦਿੰਦਾ ਕਿ ਮੰਨ ਲਓ ਅਪਲਾਈਡ ਫਿਜ਼ੀਓਲੋਜੀ ਦੇ ਵਿੱਚ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੱਸਤਾ ਕਿ ਅਸੀਂ ਬਹੁਤ ਜ਼ਿਆਦਾ ਗਰਮ ਜਗ੍ਹਾ 'ਤੇ ਜਾ ਕੇ ਕੋਈ ਪ੍ਰੈਕਟਿਸ ਕਰ ਰਹੇ ਹਾਂ, ਅਤੇ ਉਦੋਂ ਸਾਡੀ ਜਿਹੜੀ ਬੋਡੀ ਹੈ ਉਹਦੇ ਉੱਪਰ ਕੀ ਕੀ ਇਫੈਕਟ ਪੈਂਦੇ, ਅਤੇ ਉਸ ਨੂੰ ਕੰਟਰੋਲ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ। ਕਿ ਅਗਰ ਮੰਨ ਲਓ ਬਹੁਤ ਜ਼ਿਆਦਾ ਠੰਡ ਵਾਲੀ ਜਗ੍ਹਾ 'ਤੇ ਅਸੀਂ ਜਾ ਕੇ ਪ੍ਰੈਕਟਿਸ ਕਰ ਰਹੇ ਹਾਂ, ਕੋਈ ਐਕਸਰਸਾਈਜ਼ ਕਰ ਰਹੇ ਹਾਂ, ਅਤੇ ਉਸ ਟਾਈਮ ਸਾਡੀ ਬੋਡੀ ਦਾ ਕਿਹੜਾ ਸਿਸਟਮ ਹੈ ਜਿਹੜਾ ਕਿ ਉਸ ਨੂੰ ਕੰਟਰੋਲ ਕਰ ਰਿਹਾ, ਇਹਨਾਂ ਚੀਜ਼ਾਂ ਦੇ ਬਾਰੇ ਜੋ ਜਾਣਕਾਰੀ ਹੈ ਉਹ ਅਪਲਾਈਡ ਫਿਜ਼ੀਓਲੋਜੀ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਸੋ ਹੁਣ ਮੈਂ ਇਸ ਤੋਂ ਬਾਅਦ ਤੁਹਾਨੂੰ ਇੰਪੋਰਟੈਂਸ ਆਫ ਐਨੈਟਮੀ ਐਂਡ ਫਿਜ਼ੀਓਲੋਜੀ ਜੋ ਹੈ ਉਹਨੂੰ ਮੈਂ ਬਰੀਫ ਕਰਾਂਗਾ, ਕਿਉਂਕਿ ਇਸ ਦੇ ਵਿੱਚ ਜਦੋਂ ਤੱਕ ਤੁਹਾਨੂੰ ਐਨੈਟਮੀ ਫਿਜ਼ੀਓਲੋਜੀ ਦੇ ਬਾਰੇ ਨਹੀਂ ਪਤਾ ਹੁੰਦਾ ਉਦੋਂ ਤੱਕ ਤੁਸੀਂ ਉਸ ਦੀ ਇੰਪੋਰਟੈਂਸ ਦੇ ਬਾਰੇ ਗਿਆਨ ਨਹੀਂ ਪ੍ਰਾਪਤ ਕਰ ਸਕਦੇ। ਇਸ ਕਰਕੇ ਇਸ ਦੇ ਵਿੱਚ ਤੁਹਾਨੂੰ ਐਨੈਟਮੀ ਫਿਜ਼ੀਓਲੋਜੀ ਦੀ ਜਦੋਂ ਤੁਹਾਨੂੰ ਇਹਦੀ ਇੰਟਰੋਡਕਸ਼ਨ ਤੁਹਾਨੂੰ ਪਤਾ ਲੱਗੀ ਕਿ ਇਹ ਐਕਚੁਅਲ 'ਚ ਹੈ ਕੀ ਹੈ, ਔਰ ਹੁਣ ਇਸ 'ਤੇ ਆਪਾਂ ਮੇਨ ਪੁਆਇੰਟ 'ਤੇ ਆਵਾਂਗੇ ਦੂਸਰੇ 'ਤੇ ਕਿ ਐਨੈਟਮੀ ਫਿਜ਼ੀਓਲੋਜੀ ਜੋ ਹੈ ਇਸ ਨੂੰ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਵਿੱਚ ਕਿਉਂ ਪੜ੍ਹਾਇਆ ਜਾਂਦਾ ਹੈ। ਦੇਖੋ, ਐਨੈਟਮੀ ਐਂਡ ਫਿਜ਼ੀਓਲੋਜੀ ਤੁਹਾਨੂੰ ਮੈਂ ਦੱਸਿਆ ਸਰੀਰਕ ਰਚਨਾ ਅਤੇ ਕਿਰਿਆ ਵਿਗਿਆਨ। ਹੁਣ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਦੇ ਵਿੱਚ ਅਸੀਂ ਜੋ ਵੀ ਕੰਮ ਕਰਨਾ ਉਹ ਸਾਡੀ ਬੋਡੀ ਦੇ ਨਾਲ ਅਸੀਂ ਕਰਨਾ ਹੈ, ਠੀਕ ਹੈ। ਗਰਾਊਂਡਸ ਦੇ ਵਿੱਚ ਪ੍ਰੈਕਟਿਸ ਕਰਨੀ ਹੈ, ਅਸੀਂ ਕਿਸ ਤਰੀਕੇ ਦੇ ਨਾਲ ਆਪਣੀ ਪਰਫੋਰਮੈਂਸ ਨੂੰ ਐਨਹਾਂਸ ਕਰ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਇਕਵਿਪਮੈਂਟਸ ਜਿਹੜੀਆਂ ਨੇ ਉਹ ਕਿਹੜੀਆਂ ਯੂਜ਼ ਕਰਨੀਆਂ, ਕਿਵੇਂ ਉਹਨੂੰ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਕਿੱਥੋਂ, ਸਾਡੇ ਜਦੋਂ ਸਰੀਰ ਦੇ ਬਾਰੇ ਸਾਨੂੰ ਨੌਲੇਜ ਹੋਏਗੀ ਅਤੇ ਅਸੀਂ ਇਸ ਸਰੀਰ ਤੋਂ ਉਹ ਕੰਮ ਲੈਣਾ ਸਾਰਾ, ਅਤੇ ਉਸ ਦੇ ਬਾਰੇ ਸਾਨੂੰ ਜਾਣਕਾਰੀ ਜੋ ਹੈ ਉਹ ਐਨੈਟਮੀ ਫਿਜ਼ੀਓਲੋਜੀ ਦੇ ਤੋਂ ਹੀ ਪਤਾ ਲੱਗੇਗੀ। ਸੋ ਇਸ ਦੇ ਵਿੱਚ ਕੀ ਹੈ, ਜੇ ਆਪਾਂ ਗੱਲ ਕਰੀਏ ਤਾਂ ਐਨੈਟਮੀ ਫਿਜ਼ੀਓਲੋਜੀ ਦੇ ਰਾਹੀਂ ਸਾਨੂੰ ਕੀ ਹੁੰਦਾ, ਸਭ ਤੋਂ ਪਹਿਲਾਂ ਕੀ ਹੈ, ਨੌਲੇਜ ਅਬਾਊਟ ਦਾ ਵੇਰੀਅਸ ਲਿਵਿੰਗ ਆਰਗਨਸ। ਇਹਦੇ 'ਚ ਕੀ ਆ ਜਾਂਦਾ ਕਿ ਨੌਲੇਜ about various living organs, ਜਾਂ ਇਸ ਨੂੰ ਤੁਸੀਂ ਇੱਕ ਹੋਰ ਵੀ ਇਹਦੇ 'ਚ ਤੁਸੀਂ ਇਹਨੂੰ ਸਿੰਪਲ ਕਰ ਦਿੰਦੇ ਆਪਾਂ ਥੋੜ੍ਹਾ ਜਿਹਾ, various
systems of the body। ਹੁਣ ਇਹਦੇ ਵਿੱਚ ਕੀ ਹੈ ਕਿ ਕਿਉਂਕਿ ਐਨਾਟਮੀ ਫਿਜ਼ੀਓਲੋਜੀ ਦੇ ਰਾਹੀਂ ਕੀ ਹੈ ਸਾਨੂੰ ਸਾਡੇ ਸਰੀਰ ਦੇ ਬਾਰੇ ਐਕਟੀਵਿਟੀਜ਼ ਕਿਸ ਤਰੀਕੇ ਦੇ ਨਾਲ ਕਰਨੀਆਂ ਨੇ, ਜੋ ਵੀ ਕਰਨਾ ਉਹ ਸਾਰਾ ਇਸ ਦੇ ਰਾਹੀਂ ਪਤਾ। ਜਿਸ ਤਰੀਕੇ ਨਾਲ ਸਾਡੇ ਸਿਸਟਮਸ ਨੇ ਸਾਡੇ ਬੋਡੀ ਦੇ, ਸਰਕੂਲੇਟਰੀ ਸਿਸਟਮ ਹੋ ਗਿਆ, ਨਰਵਸ ਸਿਸਟਮ ਹੋ ਗਿਆ, ਠੀਕ ਹੈ, ਇਸੇ ਤਰੀਕੇ ਦੇ ਨਾਲ ਸਾਡਾ ਡਾਈਜੈਸਟਿਵ ਸਿਸਟਮ ਹੋ ਗਿਆ, ਠੀਕ ਹੈ। ਫਿਰ ਇਹ ਜਿਹੜੇ ਸਿਸਟਮਸ ਨੇ ਸਾਰੇ ਦੇ ਸਾਰੇ ਇਹ ਸਿਸਟਮਸ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹਨ। ਸਾਡੇ ਅਸੀਂ ਰੈਸਪੀਰੇਟਰੀ ਸਿਸਟਮ ਹੈ, ਰੈਸਪੀਰੇਟਰੀ ਸਿਸਟਮ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦਾ ਹੈ, ਕਿਸ ਤਰੀਕੇ ਦੇ ਨਾਲ ਸਾਹ ਸਾਡੀ ਬੋਡੀ ਦੇ ਵਿੱਚ ਜਾਂਦਾ ਹੈ, ਕਿਸ ਤਰੀਕੇ ਦੇ ਵਾਤਾਵਰਨ ਦੇ ਵਿੱਚ ਸਾਨੂੰ ਰਹਿਣਾ ਚਾਹੀਦਾ ਹੈ, ਕਿਸ ਤਰੀਕੇ ਦੇ ਨਾਲ ਸਾਹ ਸਾਨੂੰ ਅੰਦਰ ਇਨਹੇਲ ਕਰਨਾ ਚਾਹੀਦਾ ਹੈ, ਕਿਵੇਂ ਲੈਣਾ ਚਾਹੀਦਾ ਹੈ, ਉਹਨਾਂ ਚੀਜ਼ਾਂ ਦੇ ਬਾਰੇ ਸਾਰੀ ਜਾਣਕਾਰੀ ਜੋ ਹੈ ਸਾਨੂੰ ਐਨੈਟਮੀ ਦੇ ਰਾਹੀਂ ਪ੍ਰਾਪਤ ਹੁੰਦੀ। ਜਦੋਂ ਸਾਨੂੰ ਇਸ ਸਾਡੇ ਸਿਸਟਮਸ ਦੇ ਬਾਰੇ ਪ੍ਰੋਪਰ ਨੌਲੇਜ ਹੋਏਗੀ ਤੇ ਅਸੀਂ ਇਹਨਾਂ ਸਿਸਟਮਸ ਦੇ ਅਕੋਰਡਿੰਗ ਹੀ ਸਾਡੇ ਸਰੀਰ ਤੋਂ ਉਸ ਤਰੀਕੇ ਦਾ ਕੰਮ ਲਵਾਂਗੇ ਜਿਸ ਦੇ ਨਾਲ ਕਿ ਸਾਡਾ ਸਰੀਰ ਵੀ ਸਾਡਾ ਤੰਦਰੁਸਤ ਰਹੇਗਾ ਤੇ ਆਪਣੀ ਪਰਫਾਰਮੈਂਸ ਨੂੰ ਵੀ ਅਸੀਂ ਜ਼ਿਆਦਾ ਐਨਹਾਂਸ ਬਹੁਤ ਪ੍ਰੋਪਰ ਵੇ ਦੇ ਨਾਲ ਸਹੀ ਤਰੀਕੇ ਦੇ ਨਾਲ ਉਸ ਨੂੰ ਵਧਾ ਸਕਦੇ ਹਾਂ। मैं ज़्यादा इसकी डिटेल च नहीं जावांगा। सैकेंड इस आप अगर गल करते हैं तो ग्रोथ एंड डिवेलपमेंट कि साडी बॉडी की जिहड़ी ग्रोथ एंड डिवेलपमेंट है, ठीक है, ये किस तरीके दे नाल हो रही है। ग्रोथ एंड डिवेलपमेंट की गल करिए ये किस तरीके दे नाल हुंदी है। इस दे विच जिस तुसीं पढ़िया भी होना अलग अलग होर सबजैक्ट्स के भी पढ़िया होना इन्होंने ग्रोथ एंड डिवेलपमेंट, जिवें साइकोलॉजी के भी स्पोर्ट्स साइकोलॉजी के है सबजैक्ट कि साडा जिहड़ा ये पूरा शरीर जो है जो साडी ये जीवन है इसनूं 3-4 अलग अलग जिहड़ियां वो एक अवस्थावां ने जिहड़ियां इहदियां स्टेट्स दे विच इहनूं डिवाइड किया गया, ठीक है ना। कि जिवें जिस दे विच आ जांदा है चाइल्डहुड आ जांदा है, ठीक है, फिर उस तो बाद टीन एज आ जाती है जिन्हों असी एडोलसेंट पीरियड भी कह दिंदे आ, ठीक है। इस तरीके दे नाल फिर थर्ड जिहड़ा उस तो बाद साडा की है एडल्ट एज आ जाती है, ठीक है। वो जिहड़ियां सारियां स्टेजिज ने उन्हां स्टेजिज दे विच साडी बॉडी जिहड़ी है वो किस तरीके दे नाल काम करती है, इसकी ग्रोथ किस तरीके दे नाल हुंदी है, साडा जिहड़ा नर्वस सिस्टम है इहदी जो है वो डिवेलपमेंट किस तरीके दे नाल हुंदी है, उन्हां सारियां चीज़ां दा भी सानू की है जदों एनैटमी एंड फिजियोलॉजी जो है उस दे बारे सानू पता लगता है कि जैसे बिल्कुल छोटा बच्चा जो है वो स्टार्टिंग दे विच की है उसकी एज जो है वो एज के अकॉर्डिंग सब तो ज़्यादा ग्रोथ जी है वो 3-4 साल तक जी वो ग्रोथ जी है वो बहुत ज़्यादा पैटर्न जोड़ा फास्ट होंदा है। इन्हां चीज़ों नूं सानू की है उस दे बारे जानकारी जो है वो एनैटमी फिजियोलॉजी तो मिलती है। डिवेलपमेंट वो किस तरीके नाल होंदी है कि वह जो मैच्योरिटी लैवल है वो किस तरीके नाल वध रहा है, किन्ना किन्ना वध रहा है, वो सारियां इन्हां स्टेजिज दे विच असीं पढ़ते हैं। और उन्हां स्टेजिज का सानू कित्थों पता लगेगा क्योंकि वो साडे शरीर तो पता लगेगा कि साडे शरीर दे विच किस तरीके दीयां चेंजिज कदों कदों होंदियां ने, उस दे बारे भी सानू एनैटमी एंड फिजियोलॉजी तो पता लगता है। जो सानू इस चीज़ के बारे पता होएगा असीं इन्हां स्टेजिज नूं इन्हां सारियां नूं असीं ध्यान दे विच रख के उस तो बाद अगला फर्दर जिहड़ा काम है वो उसनूं असीं कर सकते हैं। थर्ड पॉइंट इस मैं तुहाडे नाल गल करदा कि नॉलेज ऑफ वेरीअस इंजरीज। नॉलेज ऑफ वेरियस इंजरीज। इंजरीज की है खेड सट्टा इनू कह दिंदे आपां, ठीक है ना। कि साडी जदों असी ग्राउंड दे विच जाने आ या उत्थे साडी बॉडी दे विच कई तरह दीयां जिहड़ियां इंजरीज हुंदियां ने हो सकदियां ने, उन्हां इंजरीज दे बारे सानू अगर साडे बॉडी दे स्ट्रक्चर दे बारे बॉडी दे अलग अलग सिस्टम्स दे बारे नॉलेज होएगी तो असी उस जगह ते उन्होंने एक फर्स्ट एड का भी की कर सकते हैं दे सकते हाँ। जिवें कि फॉर एग्जाम्पल मैं तुहानूं गल करदा वैसे ही कि उदाहरण के तौर पर जिवें मान लो एक साडी स्प्रेन हो जाती है, ठीक है, स्प्रेन हो गई, स्ट्रेन हो गई, सॉफ्ट टिशू इंजरी जिन्होंने आप कह दें। सॉफ्ट टिशू इंजरीज दे विच की है, मान लो स्प्रेन है, स्प्रेन की है एंकल ट्विस्ट हो गया साडा तुर तुर जाते जिन्होंं असीं पंजाबी च मोच कह दें, ठीक है। ये की है ये लीगामेंटस इंजरी होंदी है स्प्रेन, ठीक है।
ये एकदम साढ़े लीगामेंट की है वो कितों ना कितों जब छोटा थोड़ा बहुत फट जाता है, कट जाता है कई बार, ठीक है, जिस नाल की होंदी है साडे इस एंकल के उपर की है एक स्वैलिंग टाइप आ जाती है। हुण जदों सानू अगर इस दे बारे नॉलेज होएगी कि साडे किहड़े बॉडी पार्ट जो है वो किस तरीके दे नाल बनिया है, ये जॉइंट किस टाइप का बनया है, ये उपर किहड़े किहड़े लीगामेंट्स ने जिहड़े वो किस तरीके दे नाल ने, किहड़ा मसल इहदे नाल किस तरीके दे नाल जुड़ रहा है, तो असी फिर की है जो सानू उहदे बारे प्रॉपर नॉलेज होएगी तो असी उस टाइम ग्राउंड दे विच इन्हां दे बारे प्राप्त जानकारी तो उन्होंने थोड़ा जा फस्ट एड दे सकते हैं। इस तरीके दे नाल स्प्रेन तो बाद स्ट्रेन आ जाती है जी कि मसल इंजरी होती है, वो साड़ी जी मसल्स दे विच होंदी है। कई बार की मसल क्रैंप हो गया या एकदम वार्मअप प्रॉपर नहीं किया, वार्मअप प्रॉपर ना करने नाल कि एकदम असी स्टार्ट करती स्प्रिंट स्टार्ट करती या वो चीज़ करती, उस नाल भी ये चीज़ां दियां जिहड़ियां वो क्रिएट हो जांदियां ने, ठीक है। इस तरीके आ जाता कि जी कंट्यूजन वगैरह हो जाती है कि बॉक्सिंग वगैरह के डायरैक्ट की है पंच लगता है, वो गुंबड़ जहा बन जाता है, उत्थे वो ब्लैकिश आ जाती है जी सारी, वो ये जड़ियाँ सारियाँ इंजरीज ने ये साडे बॉडी पार्ट्स दे विच किहड़ा सॉफ्ट टिश्यूज़ किहड़े ने साडे बॉडी दे, इन्हां किस तरीके दे नाल असीं इन्हां दी ध्यान रख सकते हैं। और इन्हां चीज़ों के बारे भी सानू साडी नॉलेज जो है वो साडे एनैटमी फिजियोलॉजी तो होंदी है। जो सानू एनैटमी फिजियोलॉजी तो इन्हां चीज़ों के बारे साडे बॉडी के पार्ट्स के बारे इन्हां दे बारे पता होएगा कि मसल्स विच किस टाइप की इंजरीज हो सकदियां ने, साडे बोन्स दे विच किस टाइप दी इंजरीज हो सकदियां ने, साडे जी लीगामेंट्स ने उन्होंने किस टाइप दी हो जाती हैं, कि जगह पर किहड़ा किस टाइप का लीगामेंट है, तो उन्होंने सारिया तो असी बच्चों प्रॉपर तरीके नाल इन्हां सट्टां तो बचा सकते हाँ। सो इस तरीके दे नाल नैक्सट फिर ये आ जाता है अपना नॉलेज अबाउट द स्केलेटल डिफरेंसिस बिटवीन मेल एंड फीमेल। Skeletal differences between मेल एंड फीमेल। हुण देखो एनैटमी फिजियोलॉजी तो ही तुहानूं मैं दस्सिया कि शरीरिक रचना ते क्रिया विज्ञान है। एनैटमी फिजियोलॉजी के राही ही सानूं पता लगता है कि मेल और फीमेल का जिहड़ा बॉडी स्ट्रक्चर है उन्हां दी फंक्शनिंग का जो सिस्टम है वो अलग अलग है। जदों तक सानूं क्योंकि असी ग्राउंड्स दे विच दोनों जो साडे मेल और फीमेल दोनों सैक्स जिहड़े ने इन्हां तो प्रैक्टिस कराउणी है, ठीक है। उस दे विच किस तरीके दे दोवां दे स्कैड्यूल जिहड़े ने वो प्रैक्टिस दे सानूं बनाउणे चाहीदे ने, उन्हां दियां कैपेसिटीज़ किस तरीके दियां ने, उस दे बारे सानूं नॉलेज उदों ही होएगी जदों असी एनैटमी फिजियोलॉजी नूं पढ़ांगे। फॉर एग्जाम्पल उदाहरण के तौर पर अगर आपां गल करते हैं कि जिवें आपां ये कह दिंदे आ कि जो मेल्स जो ने और फीमेल मेल जो ने उन्हां दे जिहड़े ऑर्गनस ने वो ज़्यादा स्ट्रोंग हुंदे ने इन कंपैरेटिव टू फीमेल्स, ठीक है। इस तरीके दे नाल उन्हां दी जो लेंथ है वो भी जिहड़ी है वो फीमेल तो ज़्यादा हुंदी है। इस तरीके दे नाल जो साडा स्कैलेटल डिफरेंसिस होर भी कई ने, जिवें साडा जो थोरैक्स कैविटी है इस दे विच फर्क हुंदा है, ठीक है। जो लुंबर रीजन है इस दे विच मेल और फीमेल दे विच फर्क आंदा। लुंबर रीजन जो है वो फीमेल का थोड़ा ज़्यादा वड्डा हुंदा और मेल्स का छोटा हुंदा। इस तरीके दे नाल जो साडियां पेल्विक गर्डल जिहड़ी है, पेल्विक गर्डल जिहड़ी है उसकी की है जो शेप, मैं पेल्विक गर्डल की गल करदा, पेल्विक गर्डल जो है वो थोड़ी जी फीमेल दे विच इस तरीके दे नाल वो ब्रॉडर हुंदी है और मेल्स जो ने ये आ जाती ये होगी फीमेल्स। मेल्स दे विच की है कि यही पेल्विक गर्डल जिहड़ी है वो थोड़ी जी नैरो हुंदी है, इत्थे इथों तिखी बनती है वो, जिस करके कि जो फीमेल्स हैं फीमेल्स की जो पेल्विक गर्डल ज़्यादा ब्रॉडर होंदी है और इस जगह पर उन्होंने की है फैट भी ज़्यादा होंदा है, जिस करके कि उन्होंने स्पीड जो है वो इन कंपैरेटिव टू मेल वो घट होंदी है, क्योंकि मेल्स की जो वो नैरो होंदी है और इस दे उपर की है फैट घट होंदी है। सो इस तरीके दे नाल अलग अलग बॉडी सैगमेंट्स जिहड़े ने उन्हां दी लेंथ दे विच तुहानूं मैं दस्सिया कि डिफरेंस हुंदा है। इन्हां दी जिहड़े फंक्शनिंग है बॉडी की जिहड़े अलग अलग ऑर्गनस ने उन्हां दी फंक्शनिंग दे विच डिफरेंसिस हुंदे ने। ये जिहड़ियां सारियां चीज़ां ने इसका ज्ञान सानूं एनैटमी और फिजियोलॉजी तो हुंदा है। जदों सानूं एनैटमी फिजियोलॉजी तो इन्हां चीज़ां का ज्ञान होएगा
तो फिर उस तो बाद असी उन्हां दा जो प्रैक्टिस का शेड्यूल है या होर भी कोई भी असी उन्होंने चीज़ काम कराने ने ग्राउंड के विच जिथे भी उस दे अकॉर्डिंग असी की कर सकते हैं उन्होंने अलग अलग उन्होंने शेड्यूल बना के उन्होंने परफॉर्मेंस नू एनहांस कर सकते हाँ। इस तरीके दे नाल फिर आ जाता है कि एनैटमी फिजियोलॉजी तो सानू वेरीअस जोड़े हारमोनल सिस्टम है जो साढ़े बॉडी का, ठीक है, हारमोनस ने जोड़े उन्हों का हारमोन सिस्टम इस दे बारे जानकारी प्राप्त होती है, क्योंकि हारमोनस जोड़े साड़ी बॉडी के ने ये अलग अलग तरीके के ने, अलग अलग साड़ियाँ ग्लैंड्स ने बॉडी के विच, ठीक है, वो अलग अलग तरीके के उन्होंने विचों हारमोन सीक्रेट होंगे ने जो कि वक्री वक्री बॉडी पार्ट्स के उपर जाके उन्होंने एक्टिव करते हैं तो काम करने के लिए उत्तेजित करते हैं। यही हारमोनस जोड़े ने इन्हों के बारे सूँ जो जानकारी होएगी, अगर उन्होंने हारमोनस अलग अलग जो निकलते हैं उन्होंने मान लो सपोज कोई हारमोन ज़्यादा सीक्रेट हो रहा है, हाइपर सीक्रेशन हाइपो सीक्रेशन, मैं ज़्यादा हारमोन्स के बारे उस ते नहीं जावांगा, मैं मेन तुहानूं गल दस रहा कि अगर हाइपो सीक्रेशन होंदी है जो उसका रिसाव घट जाता है, हाइपर सीक्रेशन होंदी है जो उसका रिसाव वध जाता है, ठीक है। सो ये जड़ियाँ सारियाँ जड़ियाँ जिन्नियां भी हैगियां ने सिस्टम्स जोड़े ने इन्हां दे बारे सानू नॉलेज होंदी है एनैटमी एंड फिजियोलॉजी तो। इस तरीके दे नाल आ जाता है कि असी डायगनोज किस तरीके दे नाल करना है, जड़ियाँ वक्रियां वक्रियां इंजरीज ने, चलो मैं वैसे तुहानूं दसता उस दे विच ही उहनूं आपां काउंट कर सकते हैं। इस तरीके दे नाल आ जाता है कि इफेक्ट ऑफ ड्रग्स ऑन ह्यूमन बॉडी, effects of drugs on human body। देखो असी आम वर्ड सुनने डोप कि डोप टेस्ट इत्थे होया, डोपिंग उत्थे करी, उत्थे आ बंदा फड़िया गया, ये एथलीट्स ने इत्थे डोपिंग की इस इवेंट दे विच, वो जिहड़ा है उस दे बारे भी सानू नॉलेज कित्थों होएगी, एनैटमी फिजियोलॉजी तो होएगी कि असी साडी बॉडी नूं किहड़ियां चीज़ां देनियां ने। डोपिंग दे विच की होंदा, एक्चुअल दे विच की है कि कोई भी सबसटांस जिहड़ा कि असी कैमिकल होवे, ठीक है, उस तरीके का कोई सबसटांस असी जिहड़े लैंदे आ बॉडी दियां परफॉर्मेंस नूं एनहांस करने वास्ते वधाउण दे वास्ते करते हैं, वो जिहड़ा उस नूं असी किस तरीके दे नाल कंट्रोल करना है कि ये जिहड़े ने जो साडी शरीर दे उपर एक टैंपरेरी साडी परफॉर्मेंस नूं इनक्रीज़ करते हैं, इन्हां नूं सानू नहीं यूज़ करना चाहिए कि ये जिहड़े साडी बॉडी दे उपर किस तरीके दे नाल इल इफैक्ट्स देंदे ने, बुरे प्रभाव किस तरीके दे नाल पाउंदे ने, ये भी सानू जो है साडी बॉडी दे विच सानू एक्चुअल दे विच की चाहिदा है। मैं वैसे एक एग्जाम्पल देना तुहानू कि मान लो एक बाइक है, बाइक दे विच तुसी अगर उहदे विच की है टैंकी दे विच पेट्रोल दे नाल उहदे विच की करोगे, अगर तुसी मोबिलाइल पा दिंदे हो तो वह भी की है खराब करता है, ठीक है। अगर तुसी स्कूटर दे विच वो मोबिलाइल नहीं पाउंदे तो तां भी वो खराब होंदा है। सो वो दोनों चीज़ां ने इस तरीके नाल तुहानूं मैं पहला दस्सिया कि मनुखी शरीर जो एक मशीन है, ये उस मशीन दे तरह ही काम करता है। इस मनुखी शरीर नूं जो कि एक कौन है कि एक गॉड गिफ्ट है परमात्मा के द्वारा दिता होया, इस दे उपर ही इहदे ही जो सिद्धांत ने उन्होंने वेख के ही ह्यूमन मेड मशीन जड़ियां ने वो सारियां बनाईयां गईयां हैं। सो मैं ज़्यादा डिटेल में ना जाता होया ये की है इफैक्ट ऑफ ड्रग्स जड़ियाँ असी एम्फेटामिन्स होए या असी अलग अलग तरीके दी जड़ियाँ भी ड्रग्स जड़ियाँ ने कोई यूज़ करते हैं, उन्हों का साडे बॉडी के उपर बहुत ही बुरा प्रभाव पैंदा है जो कि सानू नहीं करने चाहिए। उन्हों के बारे नॉलेज जो है वो सानू कितों प्राप्त होती है, एनैटमी फिजियोलॉजी तो कि साडा शरीर किहड़ी चीज़ नूं अडैप्ट करता है, किहड़ी चीज़ नूं नहीं करता और किहड़ी चीज़ किस मात्रा च किवें लैनी चाहिए है। इस तरीके दे नाल फिर इस दे विच आ जांदा साडा कि डाइट के न्यूट्रिशन एंड डाइट की गल करते हैं कि किस तरीके की जो डाइट है वो सानू लैनी चाहिए है, क्योंकि देखो शरीर तुहानूं मैं पहलां दस्सिया कि इनू काम करन दे लई कोई खाना पीना भी पएगा। इस दे विच की है जो डाइट जो है उसनूं असीं करते हैं अलग अलग एज ग्रुप वाइज अलग अलग दी जाती है, अलग अलग
ਜਿਹੜੇ ਆਪਣੇ ਐਥਲੀਟਸ ने अगर कोई शॉट पुटर है ਉਹਦੀ अलग डाइट है, अगर एक हॉकी वाला ਉਹਦੀ अलग है, एक बॉक्सिंग वाला ਉਹਦੀ अलग है। सो ये ਜਿਹੜੀਆਂ ਸਾਰੀਆਂ ਦੇ डाइट शेड्यूल ਜਿਹੜੇ ਨੇ, डाइट चार्ट ਜਿਹੜੇ ਨੇ ਉਹ ਵੀ अलग अलग ਹੁੰਦੇ ਨੇ। और डाइट ਜਿਹੜੀ है ਉਹ ਕਿਹਦੇ ਅਕॉर्डिंग ਹੁੰਦੀ है, ਸਭ किस तरीके ਨਾਲ ਦੇਣੀ ਹੁੰਦੀ है। सब तो ਪਹਿਲਾਂ ਜੇ ਅਸੀਂ ਗੱਲ ਕਰੀਏ ਤਾਂ ਇਸ ਨੂੰ ਅਸੀਂ ਦੇਣੀ ਹੁੰਦੀ है, ਇੱਕ ਤੇ ਪਹਿਲੀ ਚੀਜ਼ ਆ ਜਾਂਦੀ है एज ग्रुप के अकॉर्डिंग। किस एज का बच्चा है, किन्नी कैलोरीज उन्होंने चाहिए ने, उन्होंने कैलोरीज के अकॉर्डिंग उन्होंने की है डाइट जी है वो प्रोवाइड करनी चाहिए है। ठीक है। सैकेंड फिर आ जाता है इंटेंसिटी ऑफ एक्सरसाइजिज। इंटेंसिटी ऑफ एक्सरसाइज के एक्सरसाइज की जी इंटेंसिटी है, तीव्रता गति जी वो किन्नी है, किन्नी ज़्यादा विगरस एक्टिविटीज़ असी कर रहे हाँ, उन्होंने उपर डिपेंड करता कि असी डाइट उन्होंने की शेड्यूल रखना है, किहड़ी चीज़ उन्होंने किन्नी किन्नी चाहिए है। तो तीसरा ये आ जाता है एनर्जी रिक्वायरमेंट। एनर्जी रिक्वायरमेंट हुण एनर्जी रिक्वायरमेंट जी है भी वो की आ जाएगा कि असी किन्नी कैलोरीज सानू किहड़े ईवेंट के लिए कित्थे कदों किवें चाहिए है, उस दे अकॉर्डिंग असी की करते हैं उन्होंने सारा वो कैलोरीज के अकॉर्डिंग उन्होंने डाइट जो है चार्ट वो तैयार करते हैं। सो जिहड़ा अज दा मेरा टॉपिक सी वो सी मीनिंग ऑफ एनाटमी एंड फिजियोलॉजी and its importance in the field of physical education and sports. Thank you.